हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਅੱਜ ਅਗਲੀ ਕਲਾਸ ਲੈ ਕੇ ਆਏ ਹਾਂ ਪੰਜਾਬ ਦੇ ਵਿੱਚ ਜੋ ਅਪਕਮਿੰਗ ਐਗਜ਼ਾਮ ਹੋਣ ਵਾਲੇ ਨੇ, ਪੰਜਾਬ ਕੰਪੀਟੀਟਿਵ ਐਗਜ਼ਾਮ ਲਈ। ਸੋ ਕਲਾਸ 4 ਮੋਸਟ ਇੰਪੋਰਟੈਂਟ ਕੁਐਸਚਨ ਨੇ, MCQ ਸਟਾਰਟ ਕਰੇ ਹੋਏ ਨੇ। ਸੋ ਚੌਥੀ ਕਲਾਸ ਤੁਹਾਡੇ ਲਈ ਲੈ ਕੇ ਆਏ ਹਾਂ। ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ। ਜਿਨ੍ਹਾਂ ਨੇ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ, ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਵੀਡੀਓ ਦੇ ਅਖੀਰ ਦੇ ਵਿੱਚ ਉੱਪਰ ਤੁਹਾਨੂੰ ਆਈ ਬਟਨ ਤੇ ਇਸ ਤੋਂ ਪਹਿਲਾਂ ਵਾਲੇ ਭਾਗ ਦਾ ਲਿੰਕ ਹੈ ਜਿਹੜਾ ਸ਼ੋ ਹੋ ਜਾਏਗਾ, ਤਾਂ ਉਸ 'ਤੇ ਕਲਿੱਕ ਕਰਕੇ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 46 ਤੋਂ ਅੱਗੇ ਸਟਾਰਟ ਕਰਾਂਗੇ। ਮਾਂਟੇਗਿਊ ਚੈਮਸਫੋਰਡ ਸੁਧਾਰ ਅਧਿਨਿਯਮ ਦੇ ਸੰਬੰਧ ਦੇ ਵਿੱਚ ਸਾਨੂੰ ਬਿਨਾਂ ਸੂਰਜ ਤੋਂ ਸਵੇਰ ਦਿੱਤੀ ਗਈ, ਇਹ ਕਿਸ ਨੇ ਕਿਹਾ ਸੀਗਾ। ਸੋ ਕਈ ਵਾਰ ਇਹ ਸ਼ਾਰਟ ਦੇ ਵਿੱਚ ਇੰਨੀ ਕੁ ਲਾਈਨ ਹੀ ਇਨਵਾਈਟਡ ਕੌਮਾਂ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਕਿ ਇਹ ਸ਼ਬਦ ਕਿਸ ਨੇ ਕਹੇ ਸੀ, ਵਿਚਾਰ ਕਿਸ ਦੇ ਸੀ। ਸੋ ਇਸ ਤਰ੍ਹਾਂ ਪਾ ਦਿੱਤਾ ਜਾਂਦਾ ਹੈ। ਸੋ ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਜਵਾਹਰ ਲਾਲ ਨਹਿਰੂ ਜਾਂ ਸੁਭਾਸ਼ ਚੰਦਰ ਬੋਸ। ਤਾਂ ਸਾਨੂੰ ਬਿਨਾਂ ਸੂਰਜ ਤੋਂ ਸਵੇਰ ਦਿੱਤੀ ਗਈ ਹੈ, ਤਾਂ ਇਹ ਜਿਹੜੇ ਸ਼ਬਦ ਕਹੇ ਸੀਗੇ ਉਹ ਬਾਲ ਗੰਗਾਧਰ ਤਿਲਕ ਨੇ ਕਹੇ ਸੀ। ਕਿਹਦੇ ਸੰਬੰਧ ਵਿੱਚ ਕਹੇ ਸੀ? ਮਾਂਟੇਗਿਊ ਚੈਮਸਫੋਰਡ ਸੁਧਾਰ ਅਧਿਨਿਯਮ ਦੇ ਸੰਬੰਧ ਵਿੱਚ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜੇ ਅੰਗਰੇਜ਼ ਅਧਿਕਾਰੀ ਦੇ ਕਾਰਜਕਾਲ ਵਿੱਚ ਉੱਚੇ ਪਦ 'ਤੇ ਭਾਰਤੀਆਂ ਦੀ ਨਿਯੁਕਤੀ ਹੈ ਜਿਹੜੀ ਕੀਤੀ ਜਾਣ ਲੱਗੀ ਸੀ। ਸੋ ਪਹਿਲਾਂ ਭਾਰਤੀਆਂ ਨੂੰ ਜਿਹੜਾ ਅੰਗਰੇਜ਼ੀ ਕਾਲ ਦੇ ਦੌਰਾਨ ਉੱਚ ਅਹੁਦਿਆਂ 'ਤੇ ਨੌਕਰੀਆਂ ਜਿਹੜੀਆਂ ਨਹੀਂ ਮਿਲਦੀਆਂ ਸੀ, ਨਿਯੁਕਤੀਆਂ ਨਹੀਂ ਕੀਤੀ ਜਾਂਦੀ ਸੀ। ਪਰ ਇੱਕ ਸਮਾਂ ਆਇਆ ਸੀਗਾ ਕਿ ਅੰਗਰੇਜ਼ਾਂ ਦੇ ਕਾਲ ਦੇ ਵਿੱਚ ਜੋ ਭਾਰਤੀ ਸੀ ਤਾਂ ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਸੀ। ਉਸ ਅੰਗਰੇਜ਼ ਅਧਿਕਾਰੀ ਦਾ ਕਾਰਜਕਾਲ ਦੱਸਣਾ। ਲਾਰਡ ਕਲਾਈਵ, ਲਾਰਡ ਕੈਨਿੰਗ, ਲਾਰਡ ਵਿਲੀਅਮ ਬੈਂਟਿਕ ਜਾਂ ਲਾਰਡ ਰਿਪਨ। ਤਾਂ ਉਸ ਸਮੇਂ ਅੰਗਰੇਜ਼ ਅਧਿਕਾਰੀ ਸੀਗਾ ਜਿਹੜਾ ਉਹ ਸੀਗਾ ਲਾਰਡ ਵਿਲੀਅਮ ਬੈਂਟਿਕ, ਜਿਹਦੇ ਸਮੇਂ ਜਿਹੜਾ ਭਾਰਤੀਆਂ ਨੂੰ ਉੱਚੇ ਪਦਾਂ 'ਤੇ ਨਿਯੁਕਤੀ ਹੈ ਜਿਹੜੀ ਕੀਤੀ ਜਾਣ ਲੱਗੀ ਸੀ। ਇਸ ਤੋਂ ਇਲਾਵਾ 1806 ਈਸਵੀ ਦੇ ਵਿੱਚ ਮੱਥੇ 'ਤੇ ਜਾਤੀ ਸੂਚਕ ਚਿੰਨ੍ਹ ਨਾ ਲਗਾਉਣ ਅਤੇ ਕੰਨਾਂ ਦੇ ਵਿੱਚ ਵਾਲੀਆਂ ਨਾ ਪਹਿਨਣ ਕਰਕੇ ਰੋਸ ਵਜੋਂ ਵੈਲੋਰ ਦੇ ਸੈਨਿਕਾਂ ਨੇ ਵਿਦਰੋਹ ਵੀ ਕੀਤਾ ਸੀ। ਇਸ ਤੋਂ ਇਲਾਵਾ ਲਾਰਡ ਵਿਲੀਅਮ ਬੈਂਟਿਕ ਨੇ ਜਿਹੜੀ ਸਤੀ ਪ੍ਰਥਾ 'ਤੇ ਰੋਕ ਲਗਾਈ ਸੀ 1829 ਦੇ ਵਿੱਚ। ਤਾਂ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਸਤੀ ਪ੍ਰਥਾ 'ਤੇ ਰੋਕ ਕਿਸ ਨੇ ਲਗਾਈ ਸੀ? ਤਾਂ ਲਾਰਡ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ। ਇਸ ਤੋਂ ਇਲਾਵਾ ਕੰਨਿਆ ਹੱਤਿਆ 'ਤੇ ਰੋਕ, ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ, ਇਹ ਵਿਲੀਅਮ ਬੈਂਟਿਕ ਦੇ ਕਾਰਜਕਾਲ ਦੇ ਵਿੱਚ ਹੀ ਹੋਇਆ ਸੀ। ਸੋ ਇਸ ਤੋਂ ਇਲਾਵਾ ਇਸ ਨੇ ਆਪਣੀ ਸਿਹਤ ਖਰਾਬ ਹੋਣ ਕਰਕੇ ਅਸਤੀਫਾ ਜਿਹੜਾ ਦੇ ਦਿੱਤਾ ਸੀਗਾ। ਤਾਂ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਸੰਬੰਧਿਤ ਕਾਫੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਆ। ਸਤੀ ਪ੍ਰਥਾ 'ਤੇ ਹੋ ਗਿਆ, ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ, ਤਾਂ ਇਹ ਵੀ ਵਿਲੀਅਮ ਬੈਂਟਿਕ ਦੇ ਸਮੇਂ ਹੋਇਆ ਸੀਗਾ। ਕੰਨਿਆ ਹੱਤਿਆ 'ਤੇ ਰੋਕ ਵੀ ਲਗਾਈ ਗਈ ਸੀ ਵਿਲੀਅਮ ਬੈਂਟਿਕ ਦੇ ਸਮੇਂ। ਤਾਂ ਉੱਚੇ ਅਹੁਦਿਆਂ 'ਤੇ ਭਾਰਤੀ ਨਿਯੁਕਤੀ ਵੀ ਲਾਰਡ ਵਿਲੀਅਮ ਬੈਂਟਿਕ ਦੇ ਸਮੇਂ ਜਿਹੜੀ ਹੋਣ ਲੱਗੀ ਸੀ। ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਸੋ ਚਲਦੀ ਚਲਦੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ। ਅਗਲਾ ਪ੍ਰਸ਼ਨ ਹੈ, ਪਲਾਸੀ ਦੀ ਲੜਾਈ 1757 ਦਾ ਕਿਹੜਾ ਨਤੀਜਾ ਜਿਹੜਾ ਅਢੁਕਵਾਂ ਹੈ? ਤਾਂ ਪਲਾਸੀ ਲੜਾਈ ਕਦੋਂ ਹੋਈ ਸੀ? 1757 ਦੇ ਵਿੱਚ। ਤਾਂ ਅਢੁਕਵਾਂ ਦੱਸਣਾ ਹੈ, ਕੰਪਨੀ ਨੂੰ ਆਰਥਿਕ ਲਾਭ ਜਾਂ ਭਾਰਤ ਨੂੰ ਜਿੱਤਣ ਦਾ ਰਾਹ ਪੱਧਰਾ ਹੋ ਗਿਆ ਸੀ, ਜਾਂ ਫਿਰ ਫਰਾਂਸੀਸੀਆਂ ਦੀ ਸ਼ਕਤੀ ਦੇ ਵਿੱਚ ਵਾਧਾ ਹੋ ਗਿਆ ਸੀ, ਜਾਂ ਬੰਗਾਲ ਦੀ ਅਸਲੀ ਮਾਲਕ ਕੰਪਨੀ ਬਣ ਗਈ ਸੀ। ਤਾਂ ਇਹਦੇ ਵਿੱਚ ਜਿਹੜਾ ਅਢੁਕਵਾਂ ਹੈ ਉਹ ਸੀਗਾ ਫਰਾਂਸੀਸੀਆਂ ਦੀ ਸ਼ਕਤੀ ਦੇ ਵਿੱਚ ਵਾਧਾ ਹੋਣਾ। ਪਲਾਸੀ ਲੜਾਈ ਦੇ ਕਾਰਨ ਕਦੋਂ ਹੋਈ ਸੀ? 1757 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਵਿਲੀਅਮ ਬੈਂਟਿਕ ਨੇ ਕਿਹੜੇ ਸਮਾਜਿਕ ਸੁਧਾਰ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਹ ਨਹੀਂ ਪਾਇਆ? ਸਤੀ ਪ੍ਰਥਾ 'ਤੇ ਰੋਕ, ਹੁਣੇ ਆਪਾਂ ਪੜ੍ਹ ਕੇ ਆਏ ਹਾਂ। ਮਨੁੱਖ ਬਲੀ 'ਤੇ ਰੋਕ, ਬਾਲ ਵਿਆਹ 'ਤੇ ਰੋਕ, ਜਾਂ ਕੰਨਿਆ ਹੱਤਿਆ 'ਤੇ ਰੋਕ। ਤਾਂ ਸਤੀ ਪ੍ਰਥਾ ਵੀ ਆਪਾਂ ਪੜ੍ਹੇ, ਉੱਪਰੀ ਕੁਐਸਚਨ ਕਰਕੇ ਆਏ ਹਾਂ। ਮਨੁੱਖ ਬਲੀ 'ਤੇ ਰੋਕ, ਕੰਨਿਆ ਹੱਤਿਆ 'ਤੇ ਰੋਕ ਵੀ ਆਪਾਂ ਪੜ੍ਹੇ। ਤਾਂ ਜਿਹੜਾ ਯੋਗਦਾਨ ਨਹੀਂ ਪਾਇਆ ਸੀ ਸਮਾਜਿਕ ਸੁਧਾਰ ਦੇ ਵਿੱਚ ਵਿਲੀਅਮ ਬੈਂਟਿਕ ਨੇ, ਉਹ ਸੀ ਬਾਲ ਵਿਆਹ 'ਤੇ ਰੋਕ, ਆਪਸ਼ਨ ਡੀ। ਸੋ ਇਸ ਤੋਂ ਇਲਾਵਾ ਜੋ ਅਕਬਰ ਰਾਜਾ ਹੋਇਆ ਤਾਂ ਉਹਦੇ ਦੁਆਰਾ ਸਮਾਜਿਕ ਸੁਧਾਰ ਕੀਤੇ ਗਏ ਸੀਗੇ। 1562 ਦੇ ਵਿੱਚ ਦਾਸ ਪ੍ਰਥਾ ਦਾ ਅੰਤ ਕੀਤਾ ਗਿਆ ਸੀ, ਸਤੀ ਪ੍ਰਥਾ ਦਾ ਅੰਤ ਕੀਤਾ ਗਿਆ ਸੀ,
ਬਾਲ ਵਿਆਹ ਤੇ ਵੈਸ਼ਵਾਵਰਿਤੀ 'ਤੇ ਰੋਕ ਲਗਾਈ ਗਈ ਸੀ। ਇਸ ਤੋਂ ਇਲਾਵਾ 1563-64 ਦੇ ਵਿੱਚ ਧਾਰਮਿਕ ਯਾਤਰਾ ਤੇ ਜਜ਼ੀਆ ਕਰ ਨੂੰ ਖਤਮ ਕੀਤਾ ਸੀਗਾ। ਅਗਰ ਇਹ ਪੁੱਛ ਲੈਂਦਾ ਕਿ ਸਭ ਤੋਂ ਪਹਿਲਾਂ ਸੀਗਾ ਜਿਹੜਾ ਉਹ 1829 ਦੇ ਵਿੱਚ ਅਤੇ 1830 ਦੇ ਵਿੱਚ ਸਾਰੇ ਭਾਰਤ ਦੇ ਵਿੱਚ ਵਿਲੀਅਮ ਬੈਂਟਿਕ ਦੇ ਦੁਆਰਾ ਸਤੀ ਪ੍ਰਥਾ ਤੇ ਜਿਹੜੀ ਤੇ ਠੱਗੀ ਪ੍ਰਥਾ ਸੀ ਨਾਲ ਇਹਦਾ ਅੰਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇ ਮਾਨਤਾ 'ਤੇ ਪੁੱਛ ਲਿਆ ਜਾਂਦਾ ਕਿ ਵਿਧਵਾ ਵਿਆਹ ਨੂੰ ਮਾਨਤਾ ਕਿਸ ਨੇ ਦਿੱਤੀ ਸੀ ਤਾਂ ਲਾਰਡ ਡਲਹੌਜੀ ਸੀਗੇ 1856 ਦੇ ਵਿੱਚ। ਇਸ ਤੋਂ ਇਲਾਵਾ ਇੱਕ ਹੋਰ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਬਾਲ ਵਿਆਹ ਦਾ। 12 ਸਾਲ ਤੋਂ ਘੱਟ ਉਮਰ ਬਾਲ ਵਿਆਹ 'ਤੇ ਜਿਹੜੀ ਰੋਕ ਲਗਾਈ ਗਈ ਸੀ ਉਹ ਲਗਾਈ ਸੀਗੀ ਲੈਸ ਡਾਊਨ ਨੇ। ਈਅਰ ਸੀਗਾ 1891। ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਹੈ ਜਿਹੜਾ ਪੁੱਛਿਆ ਜਾ ਸਕਦਾ ਹੈ। ਤਾਂ ਵਿਲੀਅਮ ਬੈਂਟਿਕ ਦਾ ਸਮਾਜਿਕ ਸੁਧਾਰ ਦੇ ਵਿੱਚ ਯੋਗਦਾਨ ਨਹੀਂ ਪਾਇਆ ਸੀ, ਉਹ ਸੀ ਬਾਲ ਵਿਆਹ 'ਤੇ ਰੋਕ। ਅਗਲਾ ਪ੍ਰਸ਼ਨ ਹੈ ਕਿਹੜੇ ਅੰਗਰੇਜ਼ ਅਧਿਕਾਰੀ ਨੇ ਲਾਰਡ ਕਾਰਨਵਾਲਿਸ ਦੇ ਦੁਆਰਾ ਸਥਾਪਿਤ ਪ੍ਰਾਂਤਿਕ ਅਦਾਲਤਾਂ ਨੂੰ ਖਤਮ ਕਰ ਦਿੱਤਾ ਸੀਗਾ। ਸੋ ਪ੍ਰਾਂਤਿਕ ਅਦਾਲਤਾਂ ਕਿਹਨੇ ਸਥਾਪਿਤ ਕੀਤੀਆਂ, ਜਿੱਥੇ ਪ੍ਰਸ਼ਨ ਵੀ ਬਣਦਾ ਤਾਂ ਲਾਰਡ ਕਾਰਨਵਾਲਿਸ। ਅਤੇ ਇਹਨਾਂ ਅਦਾਲਤਾਂ ਨੂੰ ਖਤਮ ਕਰਨ ਵਾਲਾ ਕੌਣ ਸੀਗਾ ਇਹ ਦੱਸਣਾ ਹੈ। ਲਾਰਡ ਕਲਾਈਵ, ਵਿਲੀਅਮ ਬੈਂਟਿਕ, ਲਾਰਡ ਡਲਹੌਜੀ ਜਾਂ ਲਾਰਡ ਮਿੰਟੋ। ਤਾਂ ਪ੍ਰਾਂਤਿਕ ਅਦਾਲਤਾਂ ਨੂੰ ਖਤਮ ਕਰਨ ਵਾਲਾ ਸੀਗਾ ਜਿਹੜਾ ਵਿਲੀਅਮ ਬੈਂਟਿਕ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਬਨੌਟੀ ਉਪਗ੍ਰਹਿ ਵਾਯੂਮੰਡਲ ਦੀ ਕਿਹੜੀ ਪਰਤ ਦੇ ਵਿੱਚ ਸਥਾਪਿਤ ਹੈ ਜਿਹੜੇ ਕੀਤੇ ਜਾਂਦੇ ਨੇ। ਨੀਚੇ 4 ਪਰਤਾਂ ਦੇ ਨਾਮ ਨੇ ਆਇਨ ਮੰਡਲ, ਸਮਤਾਪ ਮੰਡਲ, ਅਸ਼ਾਂਤ ਮੰਡਲ ਜਾਂ ਮੱਧਵਰਤੀ ਮੰਡਲ। ਤਾਂ ਬਨੌਟੀ ਉਪਗ੍ਰਹਿ ਸੀ ਜਿਹੜੇ ਵਾਯੂਮੰਡਲ ਦੀ ਪਰਤ ਦੇ ਵਿੱਚ ਸਥਾਪਿਤ ਕੀਤੇ ਜਾਂਦੇ ਸੀਗੇ ਤਾਂ ਉਹ ਸੀਗੇ ਆਇਨ ਮੰਡਲ ਦੇ ਵਿੱਚ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਮੁੰਦਰ ਦੀ ਡੂੰਘਾਈ ਮਾਪਣ ਵਾਲਾ ਯੰਤਰ ਕਿਹੜਾ ਹੈ। ਫੋਨੋਮੀਟਰ, ਅਵੀਨੋਮੀਟਰ, ਹਾਈਡਰੋਮੀਟਰ ਜਾਂ ਫੈਦੋਮੀਟਰ। ਤਾਂ ਇਹਨਾਂ 'ਚੋਂ ਜ਼ਰੂਰ ਕੁਐਸਚਨ ਪੁੱਛਿਆ ਜਾਂਦਾ ਹੈ, ਚਾਹੇ ਡੂੰਘਾਈ ਵਾਲਾ ਪੁੱਛ ਲਿਆ ਜਾਵੇ, ਚਾਹੇ ਹਵਾ ਨੂੰ ਮਾਪਣ ਵਾਲਾ ਪੁੱਛ ਲਿਆ ਜਾਵੇ, ਚਾਹੇ ਵਸਤੂਆਂ ਜੋ ਡੁੱਬੀਆਂ ਹੋਈਆਂ ਹੁੰਦੀਆਂ ਨੇ ਸਮੁੰਦਰ ਦੇ ਵਿੱਚ ਇਹਨਾਂ ਨਾਲ ਸੰਬੰਧਿਤ ਪੁੱਛ ਲਿਆ ਜਾਵੇ, ਤਰੰਗਾਂ ਨੂੰ ਮਾਪਣ ਵਾਲਾ ਪੁੱਛ ਲਿਆ ਜਾਵੇ, ਕੋਈ ਵੀ ਪੁੱਛਿਆ ਜਾ ਸਕਦਾ ਹੈ। ਤਾਂ ਸਮੁੰਦਰ ਦੀ ਡੂੰਘਾਈ ਨੂੰ ਮਾਪਣ ਵਾਲਾ ਜਿਹੜਾ ਯੰਤਰ ਹੁੰਦਾ ਹੈ ਤਾਂ ਉਸ ਨੂੰ ਫੈਦੋਮੀਟਰ ਕਿਹਾ ਜਾਂਦਾ ਹੈ। ਅਤੇ ਜੋ ਸਮੁੰਦਰ ਦੀ ਡੂੰਘਾਈ ਹੁੰਦੀ ਹੈ ਇਹਦਾ ਮਾਪ ਕੇ ਜਿਹੜਾ ਇਹਨੂੰ ਫੈਦਮ ਵੀ ਕਿਹਾ ਜਾਂਦਾ ਹੈ। ਫੈਦੋਮੀਟਰ। ਸੋ ਕਈ ਵਾਰ ਜਿਹੜਾ ਆਪਸ਼ਨ ਦੇ ਵਿੱਚ ਕਨਫਿਊਜ਼ ਕਰਨ ਵਾਸਤੇ ਫੈਦਮ ਪਾ ਦਿੱਤਾ ਜਾਂਦਾ ਹੈ। ਅਤੇ ਜਿਹੜਾ ਇੱਕ ਫੈਦਮ ਹੁੰਦਾ ਉਹ 6 ਫੁੱਟ ਦੇ ਬਰਾਬਰ ਹੁੰਦਾ ਹੈ। ਅਤੇ ਇਸ ਦੌਰਾਨ ਇੱਕ ਸੁਨਾਰ ਵਿਧੀ ਹੁੰਦੀ ਹੈ ਜਿਹਦੇ ਨਾਲ ਸਮੁੰਦਰ ਦੇ ਵਿੱਚ ਡੁੱਬੀ ਹੋਈ ਜੋ ਵਸਤੂ ਹੈ ਤਾਂ ਉਹਦੇ ਬਾਰੇ ਜਿਹੜਾ ਪਤਾ ਲਗਾਇਆ ਜਾਂਦਾ। ਸੋ ਅਗਰ ਅਲਟਰਾਸਾਊਂਡ ਇੱਕ ਤਰੰਗਾਂ ਬਾਰੇ ਪੁੱਛਿਆ ਜਾਂਦਾ ਅਤੇ ਇਹਨਾਂ ਤਰੰਗਾਂ ਹੁੰਦੀਆਂ ਨੇ ਅਤੇ ਪ੍ਰਯੋਗ ਕੀਤਾ ਜਾਂਦਾ ਪਰ ਮਨੁੱਖ ਹੈ ਜਿਹੜੇ ਇਹਨਾਂ ਤਰੰਗਾਂ ਨੂੰ ਨਹੀਂ ਸੁਣ ਸਕਦਾ। ਕੁੱਤਾ, ਬਿੱਲੀ, ਚਮਗਿੱਦੜ, ਚਿੜੀ ਅਤੇ ਡੋਲਫਿਨ ਇਹ ਤਰੰਗਾਂ ਨੂੰ ਜਿਹੜਾ ਸੁਣ ਸਕਦੇ ਨੇ। ਸੋ ਸਮੁੰਦਰੀ ਡੂੰਘਾਈ ਮਾਪਣ ਵਾਲਾ ਯੰਤਰ ਫੈਦੋਮੀਟਰ ਜਾਂ ਫੈਦਮ। ਅਗਲਾ ਪ੍ਰਸ਼ਨ ਹੈ ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਜਿਹੜਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ। 19 ਦਾ 1 ਜਾਂ ਅਨੁਛੇਦ 21 ਜਾਂ ਅਨੁਛੇਦ 17 ਜਾਂ ਅਨੁਛੇਦ 25। ਤਾਂ ਭਾਰਤੀ ਨਾਗਰਿਕ ਨੇ ਜਿਹੜੇ ਤਾਂ ਸੰਵਿਧਾਨ ਦਾ ਅਨੁਛੇਦ ਹੈ 19 ਦਾ ਭਾਗ 1 ਜਿਹਦੇ ਅਨੁਸਾਰ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ। ਸੋ 19 ਅਨੁਛੇਦ ਇਕੱਲਾ ਆਜ਼ਾਦੀ ਨਾਲ ਸੰਬੰਧਿਤ ਹੈ। 19(1) ਦੇ ਕੱਕੇ ਦੇ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆਉਂਦੀ ਹੈ, ਪ੍ਰੈਸ ਦੀ ਆਜ਼ਾਦੀ ਆਉਂਦੀ ਹੈ, ਸੂਚਨਾ ਦੀ ਆਜ਼ਾਦੀ ਆਉਂਦੀ ਹੈ ਅਤੇ ਰਾਸ਼ਟਰੀ ਝੰਡੇ ਲਹਿਰਾਉਣ ਦੀ ਆਜ਼ਾਦੀ ਆਉਂਦੀ ਹੈ। ਸੋ ਰਾਸ਼ਟਰੀ ਝੰਡਾ ਲਹਿਰਾਉਣ ਦਾ ਕੁਐਸਚਨ ਤਾਂ ਇੱਥੇ ਬਣ ਗਿਆ। ਜੇ ਇਸ ਜਗ੍ਹਾ 'ਤੇ ਪ੍ਰੈਸ ਦੀ ਆਜ਼ਾਦੀ ਆ ਜੇ, ਸੂਚਨਾ ਦੀ ਆਜ਼ਾਦੀ ਆ ਜੇ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆ ਜੇ ਤਾਂ ਵੀ ਅਨੁਛੇਦ 19 ਦਾ ਭਾਗ 1 ਹੀ ਆਏਗਾ। ਸੋ ਇਹਦੇ ਵਿੱਚ ਇਹ ਚੀਜ਼ਾਂ ਸ਼ਾਮਲ ਨੇ। ਅਨੁਛੇਦ 1 ਦਾ ਕੱਕਾ ਤਾਂ ਅਨੁਛੇਦ 1 ਦੇ ਜੇ ਖੱਖਾ ਪੁੱਛਿਆ ਜਾਂਦਾ ਹੈ ਤਾਂ ਇਹਦੇ ਵਿੱਚ ਸੰਮੇਲਨ ਆ ਜਾਂਦੇ ਨੇ, ਸ਼ਾਂਤੀਪੂਰਨ ਸੰਮੇਲਨ ਕਰਨ ਦੀ ਆਜ਼ਾਦੀ ਆ ਜਾਂਦੀ ਹੈ। ਜੇ 19(1) ਦਾ ਗੱਗਾ ਪੁੱਛ ਲਿਆ ਜਾਂਦਾ ਹੈ
ਤਾਂ ਇਹਦੇ ਵਿੱਚ ਸੰਘ ਬਣਾਉਣ ਦੀ ਆਜ਼ਾਦੀ ਆ ਜਾਂਦੀ ਹੈ। ਜੇ ਘੱਗਾ ਪੁੱਛ ਲਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਸੁਤੰਤਰਤਾ ਪੂਰਵਕ ਘੁੰਮਣ ਦੀ ਆਜ਼ਾਦੀ ਆਉਂਦੀ ਹੈ। ਜੇ ਫੱਫਾ ਪੁੱਛ ਲਿਆ ਜਾਂਦਾ ਹੈ, ਜੰਮੂ ਕਸ਼ਮੀਰ ਨੂੰ ਛੱਡ ਕੇ ਭਾਰਤ ਦੇ ਬਾਕੀ ਰਾਜਾਂ ਵਿੱਚ ਨਿਵਾਸ ਕਰਨ ਅਤੇ ਵਸਣ ਦੀ ਆਜ਼ਾਦੀ ਹੈ, ਪਰ ਹੁਣ ਤਾਂ ਇਹ ਧਾਰਾ ਟੁੱਟ ਚੁੱਕੀ ਹੈ। ਜੇ 19 ਦਾ ਇੱਕ ਚੱਚਾ ਆ ਜਾਂਦਾ ਹੈ ਤਾਂ ਇਹਦੇ ਵਿੱਚ ਆ ਗਿਆ ਵਪਾਰ ਅਤੇ ਕੰਮ ਕਰਨ ਦੀ ਆਜ਼ਾਦੀ। ਸੋ ਕੋਈ ਵੀ ਪੁੱਛਿਆ ਜਾਂਦਾ ਹੈ, ਕੋਈ ਜ਼ਰੂਰੀ ਨਹੀਂ ਵੀ 19 ਦਾ ਭਾਗ 1 ਦਾ ਕੱਕਾ ਪੁੱਛਿਆ ਜਾਏਗਾ। ਸੋ 19 ਦੇ ਭਾਗ 1 ਕਈ ਨੇ, ਇੱਕੋ ਹੀ ਸੇਮ ਰਹਿਣਗੇ ਇਹ, ਕੱਕਾ, ਖੱਖਾ, ਗੱਗਾ, ਘੱਗਾ, ਇਸ ਤਰ੍ਹਾਂ ਅੱਗੇ ਬ੍ਰੈਕਟ ਦੇ ਵਿੱਚ ਇਹ ਪਾ ਦਿੱਤੇ ਜਾਂਦੇ ਆ। ਜਾਂ ਤਾਂ ਆਜ਼ਾਦੀ ਨਾਲ ਪੁੱਛਿਆ ਜਾ ਸਕਦਾ ਹੈ, ਜਾਂ ਜਿਵੇਂ ਇਸ ਤਰ੍ਹਾਂ ਹੀ ਬਣਿਆ ਬਣਾਇਆ ਕੁਐਸਚਨ ਤੁਹਾਡੇ ਸਾਹਮਣੇ ਪਿਆ ਇਹ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕਿੰਨਾ ਹੁੰਦਾ ਹੈ? 3:4, 2:4, 2:3 ਜਾਂ 3:2। ਤਾਂ ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਜਿਹੜਾ ਅਨੁਪਾਤ ਹੈ ਉਹ 3:2 ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਨਗਰ ਨਿਗਮ ਸੰਸਥਾ ਦੇ ਵਿੱਚ ਔਰਤਾਂ ਦੀ ਰਾਖਵੇਂਕਰਨ ਲਈ ਕਿੰਨੀ ਹੁੰਦੀ ਹੈ, ਜਾਂ ਔਰਤਾਂ ਲਈ ਰਾਖਵਾਂਕਰਨ ਜਿਹੜਾ ਕਿੰਨਾ ਹੁੰਦਾ ਹੈ? ਜੋ ਨਗਰ ਨਿਗਮ ਸੰਸਥਾ ਹੈ 1/3, 2/3, 1/4 ਜਾਂ 1/5। ਤਾਂ ਨਗਰ ਨਿਗਮ ਸੰਸਥਾ ਦੇ ਵਿੱਚ ਔਰਤਾਂ ਲਈ ਰਾਖਵਾਂਕਰਨ ਹੈ ਜਿਹੜਾ 1/3 ਹੁੰਦਾ ਹੈ। ਗ੍ਰਾਮ ਪੰਚਾਇਤਾਂ ਹੋ ਗਈਆਂ, ਬਲਾਕ ਸੰਮਤੀ ਹੋ ਗਈ, ਨਗਰ ਪੰਚਾਇਤ, ਨਗਰ ਪਾਲਿਕਾਵਾਂ, ਤਾਂ ਇਹਦੇ ਵਿੱਚ ਵੀ ਜਿਹੜਾ ਔਰਤਾਂ ਲਈ 33% ਰਾਖਵਾਂਕਰਨ ਹੁੰਦਾ ਹੈ। ਪੰਚਾਇਤੀ ਵਿਵਸਥਾ ਜਿਹੜੀ ਉਹ ਬਿਹਾਰ ਸਭ ਤੋਂ ਪਹਿਲਾਂ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਵਿੱਚ ਔਰਤਾਂ ਦੀ 50% ਰਾਖਵਾਂਕਰਨ ਹੈ। ਤੋਂ ਇਸ ਤੋਂ ਇਲਾਵਾ ਮੈਗਸਥਨੀਸ ਜਿਹੜਾ ਯੂਨਾਨੀ ਰਾਜਦੂਤ ਸੀਗਾ, ਤਾਂ ਉਹਨੇ ਭਾਰਤ ਦੇ ਵਿੱਚ ਨਗਰਾਂ ਦਾ ਉਲੇਖ ਕੀਤਾ ਸੀਗਾ, ਅਤੇ ਉਸ ਦੀ ਇੱਕ ਪੁਸਤਕ ਸੀ ਇੰਡਿਕਾ, ਜਿਹਦੇ ਵਿੱਚ ਭਾਰਤੀ ਸਾਮਰਾਜ ਨੂੰ ਉਸਨੇ 7 ਵਰਗਾਂ ਦੇ ਵਿੱਚ ਵੰਡਿਆ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ 1687 ਈਸਵੀ ਵਿੱਚ ਮਦਰਾਸ ਦੇ ਵਿੱਚ ਨਗਰ ਨਿਗਮ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ। ਸੋ ਕਈ ਵਾਰ ਇਹ ਪੁੱਛ ਲੈਂਦਾ ਨਗਰ ਨਿਗਮ ਦੀ ਵਿਵਸਥਾ ਜਿਹੜੀ ਕਦੋਂ ਅਤੇ ਕਿੱਥੇ ਕੀਤੀ ਗਈ ਸੀ? ਸਭ ਤੋਂ ਪਹਿਲਾਂ 1687 ਈਅਰ ਸੀਗਾ, ਅਤੇ ਜਗ੍ਹਾ ਸੀ ਜਿਹੜੀ ਮਦਰਾਸ, ਅਤੇ 74ਵੀਂ ਸੰਵਿਧਾਨਕ ਸੋਧ 1992 ਰਾਹੀਂ ਨਗਰਾਂ ਦੇ ਵਿੱਚ ਸਥਾਨਕ ਸ਼ਾਸਨ ਸੰਸਥਾਵਾਂ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ, ਅਤੇ ਸੰਵਿਧਾਨ ਦੀ 12ਵੀਂ ਅਨੁਸੂਚੀ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ ਜਿਹੜਾ ਕੀਤਾ ਗਿਆ। ਸੋ ਨਗਰ ਨਿਗਮ ਦਾ ਜ਼ਿਕਰ ਵੀ ਪੁੱਛ ਲਿਆ ਜਾ ਸਕਦਾ ਹੈ, ਕਿਹੜੀ ਅਨੁਸੂਚੀ ਵਿੱਚ ਹੈ? 12ਵੀਂ ਅਨੁਸੂਚੀ ਆ ਗਈ, ਅਤੇ 74ਵੀਂ ਸੰਵਿਧਾਨਕ ਸੋਧ 1992 ਰਾਹੀਂ ਸਥਾਨਕ ਸ਼ਾਸਨ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ। ਸਭ ਤੋਂ ਪਹਿਲਾਂ 1687 ਦੇ ਵਿੱਚ ਮਦਰਾਸ ਵਿੱਚ ਨਗਰ ਨਿਗਮ ਦੀ ਵਿਵਸਥਾ ਹੋਈ ਹੈ। ਤਾਂ ਪੰਚਾਇਤੀ ਵਿਵਸਥਾ ਪੁੱਛਿਆ ਜਾਂਦਾ ਹੈ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਵਿੱਚ ਔਰਤਾਂ ਲਈ ਸਭ ਤੋਂ ਵੱਧ ਰਾਖਵਾਂਕਰਨ ਹੈ 50%। ਸੋ ਇਹਨਾਂ 'ਚੋਂ ਕੋਈ ਵੀ ਕੁਐਸਚਨ ਤੁਹਾਡੇ ਤੋਂ ਜਿਹੜਾ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਟਾਈਫੂਨ ਚੱਕਰਵਾਤ ਕਿਹੜੇ ਮਹਾਸਾਗਰ ਦੇ ਵਿੱਚ ਆਉਂਦਾ ਹੈ? ਸੋ ਟਾਈਫੂਨ ਕੀ ਹੈ? ਇਹ ਇੱਕ ਚੱਕਰਵਾਤ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਇਹ ਕਿਹੜੇ ਮਹਾਸਾਗਰ ਦੇ ਵਿੱਚ ਆਉਂਦਾ ਇਹ ਦੱਸਣਾ ਹੈ। ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ, ਹਿੰਦ ਮਹਾਸਾਗਰ, ਜਾਂ ਉਪਰੋਕਤ ਸਾਰਿਆਂ ਦੇ ਵਿੱਚ? ਤਾਂ ਇਹ ਜਿਹੜਾ ਚੱਕਰਵਾਤ ਹੈ ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਆਉਂਦਾ ਹੈ। ਟਾਈਫੂਨ ਚੱਕਰਵਾਤ, ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਵੇਜ ਨਹਿਰ ਦੀ ਲੰਬਾਈ ਕਿੰਨੀ ਹੈ? 220 ਕਿਲੋਮੀਟਰ, 168 ਕਿਲੋਮੀਟਰ, 150 ਕਿਲੋਮੀਟਰ ਜਾਂ 760 ਕਿਲੋਮੀਟਰ। ਤਾਂ ਜਿਹੜੀ ਸਵੇਜ ਨਹਿਰ ਹੈ ਇਸ ਦੀ ਲੰਬਾਈ ਹੈ ਜਿਹੜੀ 168 ਕਿਲੋਮੀਟਰ ਹੈ, ਅਤੇ ਇਸ ਨਹਿਰ ਦਾ ਨਿਰਮਾਣ ਸੀ, ਅਗਰ ਪੁੱਛਿਆ ਜਾਂਦਾ ਨਿਰਮਾਣ ਕਦੋਂ ਹੋਇਆ ਸੀ, ਤਾਂ 25 ਅਪ੍ਰੈਲ 1899 ਈਸਵੀ ਦੇ ਵਿੱਚ ਸ਼ੁਰੂ ਹੋਇਆ ਸੀ, ਅਤੇ ਨਵੰਬਰ 1869 ਈਸਵੀ ਦੇ ਵਿੱਚ ਬਣ ਕੇ ਤਿਆਰ ਹੋਈ ਸੀ। ਅਤੇ ਜਿਹੜੀ ਇਹ ਸਵੇਜ ਨਹਿਰ ਹੈ ਭੂ-ਮੱਧ ਮਾਰਗ ਅਤੇ ਲਾਲ ਸਾਗਰ ਨੂੰ ਆਪਸ ਦੇ ਵਿੱਚ ਜੋੜਦੀ ਹੈ, ਜਿਸ ਕਰਕੇ ਯੂਰਪ ਤੋਂ ਏਸ਼ੀਆ ਦੇ ਵਿਚਕਾਰ ਸਿੱਧਾ ਸੰਬੰਧ ਹੈ ਜਿਹੜਾ ਉਹ ਬਣਿਆ ਹੋਇਆ। ਇਸ ਤੋਂ ਇਲਾਵਾ ਸਾਈਡ ਪੋਰਟ ਹੈ ਜਿਹੜੀ ਉਹ ਇਸੇ ਨਹਿਰ 'ਤੇ ਸਥਾਪਿਤ ਹੈ, ਅਤੇ ਅਮਰੀਕਾ ਅਤੇ ਏਸ਼ੀਆ ਮਹਾਦੀਪ ਨੂੰ ਅਲੱਗ ਕਰਦੀ ਹੈ। ਸੋ ਨਿਰਮਾਣ 'ਤੇ ਹੀ ਪੁੱਛਿਆ ਜਾ ਸਕਦਾ ਹੈ, ਲੰਬਾਈ ਵੀ ਪੁੱਛੀ ਜਾ ਸਕਦੀ ਹੈ, ਸੋ ਕਿੰਨਾ ਕਿੰਨਾ ਨੂੰ ਇਹ ਜੋੜਦੀ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ। ਸੋ ਦੁਬਾਰਾ ਰਿਪੀਟ ਕਰ ਦਿੰਦੇ ਹਾਂ, ਇਹਦਾ ਨਿਰਮਾਣ ਸੀ ਜਿਹੜਾ ਸ਼ੁਰੂ ਹੋਇਆ ਸੀਗਾ 25 ਅਪ੍ਰੈਲ 1859 ਨੂੰ, ਅਤੇ ਬਣ ਕੇ ਇਸ ਸਵੇਜ ਨਹਿਰ ਜਿਹੜੀ ਤਿਆਰ ਹੋਈ ਸੀ ਨਵੰਬਰ 1869 ਨੂੰ। ਭੂ-ਮੱਧ ਮਾਰਗ ਅਤੇ ਲਾਲ ਸਾਗਰ ਇਹਨਾਂ ਦੋਨਾਂ ਨੂੰ ਜਿਹੜੀ ਸਵੇਜ ਨਹਿਰ ਹੈ ਜੋੜਦੀ ਹੈ,
ਜਿਸ ਕਾਰਨ ਯੂਰਪ ਤੇ ਏਸ਼ੀਆ ਵਿਚਕਾਰ ਇਹਦਾ ਸਿੱਧਾ ਸੰਬੰਧ ਜਿਹੜਾ ਕਾਇਮ ਹੋਇਆ। ਅਗਲਾ ਪ੍ਰਸ਼ਨ ਹੈ, ਨੇਪਾਲ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਿਹਾ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਮਾਊਂਟ ਐਵਰੈਸਟ, ਕੋਲੋਲੰਗਮਾ, ਸਾਗਰਮਾਥਾ ਜਾਂ ਪੈਗਾਸ? ਤਾਂ ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਨੂੰ ਜਿਹੜਾ ਸਾਗਰਮਾਥਾ ਕਿਹਾ ਜਾਂਦਾ ਹੈ। ਅਤੇ ਇਹਦੀ ਜਿਹੜੀ ਮਾਊਂਟ ਐਵਰੈਸਟ ਸਭ ਤੋਂ ਉੱਚੀ ਚੋਟੀ ਹੈ ਸੰਸਾਰ ਦੀ, 8848 ਵਰਗ ਮੀਟਰ। ਅਤੇ ਇਹ ਤੋਂ ਸਭ ਤੋਂ ਪਹਿਲਾਂ ਜਿਹੜਾ ਚੜ੍ਹਨ ਵਾਲਾ ਵਿਅਕਤੀ ਸੀਗਾ ਹਿਲੈਰੀ ਸੀਗਾ, ਜੋ ਨਿਊਜ਼ੀਲੈਂਡ ਦਾ ਸੀਗਾ, ਅਤੇ ਉਹਦੇ ਨਾਲ ਸਾਥੀ ਸੀਗਾ ਤੇਨਜ਼ਿੰਗ ਨੋਰਗੇ। ਸੋ ਉਸ ਨਾਲ ਇਹ ਵਿਅਕਤੀ ਸੀ ਜਿਹੜਾ ਮਾਊਂਟ ਐਵਰੈਸਟ ਉੱਚੀ ਚੋਟੀ 'ਤੇ ਚੜ੍ਹਿਆ ਸੀਗਾ। ਸੋ ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ, ਸਭ ਤੋਂ ਪਹਿਲਾਂ ਇਸ 'ਤੇ ਚੜ੍ਹਨ ਵਾਲਾ ਵਿਅਕਤੀ ਕੌਣ ਸੀਗਾ? ਹਿਲੈਰੀ ਸੀਗਾ, ਜੋ ਨਿਊਜ਼ੀਲੈਂਡ ਦਾ ਸੀ, ਅਤੇ ਨਾਲ ਉਹਦਾ ਸਾਥੀ ਸੀਗਾ ਤੇਨਜ਼ਿੰਗ ਨੋਰਗੇ। ਤਾਂ ਅਵਤਾਰ ਸਿੰਘ ਚੀਮਾ ਪਹਿਲਾ ਭਾਰਤੀ ਸੀ ਜੋ ਇਸ ਚੋਟੀ 'ਤੇ ਚੜ੍ਹਿਆ ਸੀ। ਅਗਰ ਮਹਿਲਾ ਪੁੱਛ ਲਈ ਜਾਂਦੀ ਹੈ ਤਾਂ ਉਹ ਸੀਗੀ ਬਛਿੰਦਰੀ ਪਾਲ। ਸੋ ਇਹਦੇ ਵਿੱਚ 3-4 ਕੁਐਸਚਨ ਬਣ ਗਏ। ਮਾਊਂਟ ਐਵਰੈਸਟ ਨੂੰ ਨੇਪਾਲ ਦੇ ਵਿੱਚ ਸਾਗਰਮਾਥਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਚੜ੍ਹਨ ਵਾਲਾ ਵਿਅਕਤੀ ਪੁੱਛ ਲਿਆ ਜਾਵੇ ਤਾਂ ਹਿਲਾਰੀ ਸੀ ਜੋ ਨਿਊਜ਼ੀਲੈਂਡ ਦਾ ਸੀਗਾ, ਤੇਨਜ਼ਿੰਗ ਉਹਦਾ ਸਾਥੀ ਸੀਗਾ, ਤੇਨਜ਼ਿੰਗ ਨੋਰਗੇ। ਅਤੇ ਜੇ ਭਾਰਤੀ ਪੁੱਛ ਲਿਆ ਜਾਂਦਾ ਹੈ ਕਿ ਭਾਰਤੀ ਕੌਣ ਸੀਗਾ, ਤਾਂ ਅਵਤਾਰ ਸਿੰਘ ਚੀਮਾ। ਜੇ ਭਾਰਤੀ ਮਹਿਲਾ ਪੁੱਛ ਲਈ ਜਾਂਦੀ ਹੈ ਤਾਂ ਉਹ ਸੀ ਬਛਿੰਦਰੀ ਪਾਲ। ਅਗਲਾ ਪ੍ਰਸ਼ਨ ਹੈ, ਅਲ ਨੀਨੋ ਜਲਧਾਰਾ ਕਿਹੜੇ ਮਹਾਸਾਗਰ ਤੋਂ ਵਗਦੀਆਂ ਨੇ? ਪ੍ਰਸ਼ਾਂਤ ਮਹਾਸਾਗਰ, ਹਿੰਦ ਮਹਾਸਾਗਰ, ਅੰਧ ਮਹਾਸਾਗਰ ਜਾਂ ਅਰਬ ਸਾਗਰ? ਤਾਂ ਅਲ ਨੀਨੋ ਜਲਧਾਰਾ ਨੇ ਜਿਹੜੀਆਂ ਉਹ ਪ੍ਰਸ਼ਾਂਤ ਮਹਾਸਾਗਰ ਤੋਂ ਵਗਦੀਆਂ ਨੇ। ਅਲ ਨੀਨੋ ਵੀ ਕਿਹਾ ਜਾਂਦਾ ਹੈ ਜਾਂ ਇਸ ਨੂੰ ਲਾ ਨੀਨੋ, ਗਰਮ ਜਲਧਾਰਾ, ਜੋ ਪੇਰੂ ਤੋਂ ਬੰਗਾਲ ਦੀ ਖਾੜੀ ਤੱਕ ਸਫ਼ਰ ਤੈਅ ਕਰਦੀ ਹੈ। ਭਾਰਤ ਦੇ ਵਿੱਚ ਇਹ ਸੋਕਾ ਪੈਦਾ ਕਰਦੀ ਹੈ, ਗਰਮੀ ਵਧਾਉਂਦੀ ਹੈ, ਵਰਖਾ 'ਚ ਕਮੀ ਲੈ ਕੇ ਆਉਂਦੀ ਹੈ, ਅਤੇ ਇਸ ਧਾਰਾ ਨੂੰ ਕ੍ਰਿਸਮਸ ਦੇ ਬੱਚੇ ਦੀ ਧਾਰਾ ਵੀ ਕਿਹਾ ਜਾਂਦਾ ਹੈ। ਸੋ ਕਈ ਵਾਰ ਇਹ ਲਾਈਨ ਦੇ ਵਿੱਚ ਹੀ ਪਾ ਦਿੱਤਾ ਜਾਂਦਾ ਹੈ ਕਿ ਕ੍ਰਿਸਮਸ ਦੇ ਬੱਚੇ ਦੀ ਧਾਰਾ ਇਸ ਨੂੰ ਕਿਹਾ ਜਾਂਦਾ ਹੈ। ਤਾਂ ਅਲ ਨੀਨੋ ਜਲਧਾਰਾ ਨੂੰ ਜਾਂ ਲਾ ਨੀਨੋ ਗਰਮ ਜਲਧਾਰਾ ਨੂੰ ਸੋਕਾ ਪੈਦਾ ਕਰਦੀ ਹੈ, ਗਰਮੀ ਵਧਾਉਂਦੀ ਹੈ, ਵਰਖਾ 'ਚ ਕਮੀ ਲਿਆਉਂਦੀ ਹੈ। ਤਾਂ ਨੁਕਸਾਨ ਦੇ ਤੌਰ 'ਤੇ ਪੁੱਛਿਆ ਜਾ ਸਕਦਾ ਹੈ। 4 ਆਪਸ਼ਨਾਂ ਦੇ ਦੇਣ ਵੀ ਕਰਦੀ ਕੀ ਹੈ। ਸੋ ਕਿਵੇਂ ਵੀ ਕਨਫਿਊਜ਼ ਕਰਨ ਲਈ ਕੁਐਸਚਨ ਪਾ ਸਕਦੇ ਆ। ਸੋ ਨਾਲ ਦੀ ਨਾਲ ਜ਼ਰੂਰ ਨੋਟ ਕਰੀ ਜਾਇਆ ਕਰੋ, ਜੋ ਵੀ ਅਸੀਂ ਬਾਅਦ ਦੇ ਵਿੱਚ ਇਨਫੋਰਮੇਸ਼ਨ ਤੁਹਾਨੂੰ ਦੱਸਦੇ ਹਾਂ, ਰਿਪੀਟ ਕਰ ਦਿੰਦੇ ਹਾਂ, ਤਾਂ ਜੋ ਨਾਲ ਦੀ ਨਾਲ ਤੁਸੀਂ ਨੋਟ ਕਰ ਸਕੋ। ਤਾਂ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਅਲ ਨੀਨੋ ਜਾਂ ਜਲਧਾਰਾ ਜਿਹੜੀ ਉਹ ਵਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਦਰੱਖਤਾਂ ਦੀ ਉਮਰ ਕਿਸ ਤਰ੍ਹਾਂ ਪਤਾ ਕੀਤੀ ਜਾ ਸਕਦੀ ਹੈ? ਸਾਲਾਨਾ ਚੱਕਰਾਂ ਦੀ ਸੰਖਿਆ ਤੋਂ, ਟਾਹਣੀਆਂ ਤੋਂ, ਜੜ੍ਹਾਂ ਦੀ ਲੰਬਾਈ ਤੋਂ, ਜਾਂ ਫਿਰ ਉਚਾਈ ਤੋਂ? ਤਾਂ ਦਰੱਖਤਾਂ ਦੀ ਉਮਰ ਹੈ ਜਿਹੜੀ ਸਾਲਾਨਾ ਚੱਕਰਾਂ ਦੀ ਸੰਖਿਆ ਤੋਂ ਪਤਾ ਕੀਤੀ ਜਾ ਸਕਦੀ ਹੈ। ਅਤੇ ਜੇ ਪਸ਼ੂਆਂ ਦੀ ਉਮਰ ਪਤਾ ਕਰਨੀ ਹੋਵੇ ਕਿ ਕਿਹੜੇ ਪਸ਼ੂ ਦੀ ਜਿਹੜੀ ਕਿੰਨੀ ਉਮਰ ਹੈ, ਤਾਂ ਉਹਦੇ ਜੋ ਪਸ਼ੂਆਂ ਦੇ ਸਿੰਗ ਹੁੰਦੇ ਆ ਤਾਂ ਉੱਥੇ ਬਰੀਕ ਚੱਕਰ ਹੁੰਦੇ ਆ। ਤਾਂ ਉਸ ਚੱਕਰਾਂ ਤੋਂ ਪਸ਼ੂ ਦੇ ਉਮਰ ਹੈ ਜਿਹੜੀ ਪਤਾ ਲਵਾਈ ਜਾ ਸਕਦੀ ਹੈ। ਤਾਂ ਤੁਸੀਂ ਧਿਆਨ ਨਾਲ ਦੇਖ ਲਿਓ ਜੋ ਵੀ ਪਸ਼ੂ ਰੱਖਦੇ ਹੈ। ਸੋ ਦੋਸਤੋ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ। ਸੋ ਜੋ ਵੀ ਤੁਸੀਂ ਪੰਜਾਬ ਦੇ ਵਿੱਚ ਆਉਣ ਵਾਲੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਉਹਨਾਂ ਲਈ ਮੋਸਟ ਇੰਪੋਰਟੈਂਟ ਇਹ ਕੁਐਸਚਨ ਨੇ। ਜ਼ਰੂਰ ਧਿਆਨ ਨਾਲ ਰੀਡ ਕਰਿਆ ਕਰੋ, ਜੋ ਵੀ ਕੁਐਸਚਨ 'ਤੇ ਅਸੀਂ ਬੋਲਦੇ ਹਾਂ ਨਾਲ ਦੀ ਨਾਲ ਨੋਟ ਕਰੀ ਜਾਇਓ। ਸ਼ਾਰਟ ਦੇ ਵਿੱਚ ਤੁਹਾਡੇ ਨੋਟਿਸ ਹੈ ਜਿਹੜੇ ਉਹ ਵੀ ਤਿਆਰ ਹੋ ਜਾਣਗੇ, ਅਤੇ ਨਾਲ ਤੁਹਾਨੂੰ ਕਿਤੋਂ ਨੋਟਿਸ ਲੈਣ ਦੀ ਜ਼ਰੂਰਤ ਵੀ ਨਹੀਂ ਪਏਗੀ, ਅਤੇ ਦੂਸਰਾ ਤੁਹਾਡੇ ਚੰਗੀ ਤਰ੍ਹਾਂ ਲਿਖਣ ਨਾਲ ਹੈ ਜਿਹੜਾ ਉਹ ਯਾਦ ਹੋ ਜਾਏਗਾ। ਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਆਡੀਅੰਸ ਆਪਣੇ ਨਾਲ ਜੁੜ ਸਕੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।